ਲਓ ਜੀ, ਇਹ ਹੈ ਉਹ ਐਪਲੀਕੇਸ਼ਨ ਤੁਸੀਂ ਪਲੇ ਸਟੋਰ 'ਚੋਂ ਡਾਊਨਲੋਡ ਕਰਨੀ ਹੈ ਅਤੇ ਇੱਥੇ ਤੁਸੀਂ ਆਪਣਾ ਰਜਿਸਟ੍ਰੇਸ਼ਨ ਕਰਵਾਉਣਾ ਹੈ। ਜੋ ਵੀ ਯਾਤਰੀ ਹੇਮਕੁੰਟ ਦੀ ਯਾਤਰਾ ਲਈ ਜਾਣਾ ਚਾਹੁੰਦੇ ਆ ਤਾਂ ਉਹ ਇਸ ਐਪ 'ਤੇ ਜਾ ਕੇ ਆਪਣਾ ਰਜਿਸਟ੍ਰੇਸ਼ਨ ਕਰਵਾਓ। ਲਓ ਜੀ, ਆਪਾਂ ਗਡੋਰਾ ਪਿੰਡ ਤੋਂ ਅੱਜ ਚੱਲ ਪਏ ਹਾਂ। ਠੀਕ ਹੈ ਜੀ, ਕੱਲ੍ਹ ਰੁਕੇ ਸੀ ਆਪਾਂ ਉਸ ਲੰਗਰ ਵਾਲੀ ਜਗ੍ਹਾ 'ਤੇ। ਗਡੋਰਾ ਪਿੰਡ ਸੀ, ਤੁਹਾਨੂੰ ਦਿਖਾਇਆ ਸੀ ਪਿਛਲੇ ਬਲੌਗ 'ਚ। ਇਹ ਬਲੌਗ ਨੰਬਰ ਆਪਣਾ 5 ਹੈ ਅਤੇ ਅੱਜ 12 ਤਰੀਕ ਹੋ ਚੁੱਕੀ ਹੈ। 10 ਤਰੀਕ ਨੂੰ ਆਪਾਂ ਪਹਿਲੀ ਰਾਤ ਹੋਟਲ 'ਚ ਕੱਟੀ ਸੀਗੀ ਅਤੇ ਦੂਸਰੀ ਆਪਾਂ ਉਹ ਲੰਗਰ ਹਾਲ 'ਚ ਲੰਗਰ 'ਚ, ਅਤੇ ਤੀਸਰੀ ਹੁਣ ਆਪਾਂ ਅੱਗੇ ਗੋਬਿੰਦ ਘਾਟ ਦੇਖਦੇ ਹਾਂ ਕਿੱਥੇ ਤੱਕ ਜਾਂਦੇ ਹਾਂ ਆਪਾਂ। ਇਹ ਹੈ ਜੀ ਪਿੱਪਲ ਕੋਟੀ। ਪਿੱਪਲ ਕੋਟੀ ਬਹੁਤ ਹੀ ਖੂਬਸੂਰਤ ਸ਼ਹਿਰ। ਚਾਰ ਧਾਮ 'ਤੇ ਜੋ ਵੀ ਯਾਤਰੂ ਆਉਂਦੇ ਹਨ ਉਹ ਇੱਥੇ ਸਟੇ ਕਰਦੇ ਆ। ਚਾਰ ਧਾਮ ਗੰਗੋਤਰੀ, ਯਮੋਤਰੀ, ਕੇਦਾਰਨਾਥ, ਬਦਰੀਨਾਥ। ਠੀਕ ਹੈ ਜੀ, ਅਤੇ ਇੱਥੇ ਉਹ ਇੱਕ ਵਾਰੀ ਸਟੇ ਜ਼ਰੂਰ ਕਰਦੇ ਆ। ਹੋਟਲ ਬਣੇ ਹੋਏ ਬਹੁਤ ਹੀ ਖੂਬਸੂਰਤ ਲੋਕੇਸ਼ਨ 'ਚ ਹੈ ਪਿੱਪਲ ਕੋਟੀ। ਪਿੱਪਲ ਕੋਟੀ ਵੀ ਡਿਸਟ੍ਰਿਕਟ ਚਮੋਲੀ 'ਚ ਪੈਂਦਾ। ਚਮੋਲੀ ਇੱਥੋਂ 17 ਕਿਲੋਮੀਟਰ ਹੈ। ਅਤੇ ਪਿੱਪਲ ਕੋਟੀ ਦੇ ਆਸੇ ਪਾਸੇ ਬਹੁਤ ਹੀ ਖੂਬਸੂਰਤ ਪਹਾੜ ਨੇ। ਹਰਿਆਵਲੀ ਪਹਾੜ ਵੀ ਨੇ, ਦੂਸਰੇ ਵੀ ਨੇ, ਅਤੇ ਬਰਫ਼ ਦੀਆਂ ਚੋਟੀਆਂ ਵੀ ਦਿਸਦੀਆਂ ਇੱਥੋਂ ਤੁਹਾਨੂੰ। ਬਹੁਤ ਹੀ ਖੂਬਸੂਰਤ ਸ਼ਹਿਰ ਹੈ ਪਿੱਪਲ ਕੋਟੀ, ਜਿੱਥੋਂ ਆਪਾਂ ਲੰਘ ਰਹੇ ਹਾਂ। ਅਤੇ ਅੱਜ ਆਪਾਂ ਗੋਬਿੰਦ ਘਾਟ ਪਹੁੰਚ ਜਾਣਾ। ਗੋਬਿੰਦ ਘਾਟ ਆਪਾਂ 2 ਤੋਂ ਪਹਿਲਾਂ ਪਹੁੰਚਣਾ, ਕਿਉਂਕਿ 2 ਤੋਂ ਬਾਅਦ ਆਪਾਂ ਨੂੰ ਐਂਟਰੀ ਹੋਣ ਦੀ ਇਜਾਜ਼ਤ ਨਹੀਂ ਹੈ, ਕਿਉਂਕਿ ਮੌਸਮ ਕਈ ਵਾਰੀ ਖ਼ਰਾਬ ਹੋ ਜਾਂਦਾ। ਤਾਂ ਕਰਕੇ ਆਪਾਂ ਗੋਬਿੰਦ ਘਾਟ 2 ਤੋਂ ਪਹਿਲਾਂ ਹੀ ਪਹੁੰਚਣਾ ਅਤੇ ਉਸ ਤੋਂ ਬਾਅਦ ਐਂਟਰੀ ਬੰਦ ਕਰ ਦਿੰਦੇ ਆ। ਉਹ ਗੋਬਿੰਦ ਘਾਟ ਤੋਂ ਅੱਗੇ ਨਹੀਂ ਜਾਣ ਦਿੱਤਾ ਜਾਂਦਾ। ਇਹ ਹੈ ਜੀ ਸਾਈਨ ਬੋਰਡ, ਬਦਰੀਨਾਥ 77 ਕਿਲੋਮੀਟਰ ਵਗੈਰਾ। ਅਤੇ ਆਪਣੀ ਗੱਡੀ ਮੋੜ ਕੱਟਦੀ ਹੋਈ ਖੂਬਸੂਰਤ ਲੋਕੇਸ਼ਨ, ਪਹਾੜ ਆਸੇ ਪਾਸੇ, ਨਦੀ ਜਮਾਂ ਨਾਲ ਸੜਕ 'ਤੇ, ਪਹਾੜ ਬਹੁਤ ਹੀ ਉੱਚਾ, ਇੱਕਦਮ ਸਿੱਧਾ ਪਹਾੜ। ਬਹੁਤ ਹੀ ਖੂਬਸੂਰਤ ਲੋਕੇਸ਼ਨ, ਆਸੇ ਪਾਸੇ ਪਹਾੜ, ਅਤੇ ਇੱਧਰ ਨਦੀ ਆਪਣੇ ਨਾਲ ਨਾਲ ਚੱਲ ਰਹੀ ਹੈ। ਅਤੇ ਆਪਾਂ 2 ਤੋਂ ਪਹਿਲਾਂ ਉੱਥੇ ਪਹੁੰਚਣਾ ਹੈਗਾ ਗੋਬਿੰਦ ਘਾਟ, ਕਿਉਂਕਿ 2 ਤੋਂ ਬਾਅਦ 'ਚ ਉਹ ਰਸਤਾ ਬੰਦ ਹੋ ਜਾਂਦਾ, ਅੱਗੇ ਨਹੀਂ ਜਾਣ ਦਿੱਤਾ ਜਾਂਦਾ। ਕਿਉਂਕਿ ਮੌਸਮ ਦਾ ਇੱਥੇ ਕੋਈ ਪਤਾ ਨਹੀਂ ਲੱਗਦਾ, ਕਦੋਂ ਮੀਂਹ ਆ ਜਾਏ ਅਤੇ ਬਾਰਿਸ਼ ਸ਼ੁਰੂ ਹੋ ਜਾਏ। ਇਸ ਕਰਕੇ ਉਹ 2 ਤੋਂ ਪਹਿਲਾਂ ਹੀ ਜਾਣ ਦੀ ਆਗਿਆ ਦਿੰਦੇ ਨੇ। ਮੋੜ ਕੱਟਦੀ ਹੋਈ ਆਪਣੀ ਗੱਡੀ। ਹੁਣ ਆਪਾਂ ਹੋਰ ਉਚਾਈ 'ਤੇ ਜਾ ਰਹੇ ਹਾਂ। ਬਸ ਉਚਾਈ 'ਤੇ ਜਾਈ ਜਾਣਾ ਆਪਾਂ ਹੁਣ। ਬਹੁਤ ਹੀ ਖੂਬਸੂਰਤ ਪਹਾੜ, ਅਤੇ ਆਪਾਂ ਹੁਣ ਉਚਾਈ ਵੱਲ ਹੀ ਜਾਈ ਜਾਣਾ। ਉਚਾਈ ਹੀ ਆਊਗੀ ਹੁਣ ਆਪਾਂ ਨੂੰ, ਕਿਉਂਕਿ ਇੱਕਦਮ ਵੀ ਉਚਾਈ ਆਊਗੀ। ਬਹੁਤ ਹੀ ਖਤਰਨਾਕ ਮੋੜ ਆਉਂਦੇ ਆ ਇਸ ਰਸਤੇ 'ਚ। ਆਹ ਪਹਾੜ ਤੁਸੀਂ ਦੇਖ ਰਹੇ ਹੋ ਜਮਾਂ ਬਿਲਕੁਲ ਪੱਥਰ। ਬਹੁਤ ਹੀ ਅਲੱਗ ਅਲੱਗ ਤਰ੍ਹਾਂ ਦੇ ਪਹਾੜ ਮਿਲਦੇ ਆ ਤੁਹਾਨੂੰ ਇੱਥੇ। ਦੇਖੋ ਕਿੰਨੇ ਕਲਰਫੁੱਲ ਨੇ, ਅਲੱਗ ਅਲੱਗ ਕਲਰ 'ਚ। ਕਦੇ ਬਰਾਊਨ ਸ਼ੇਡ ਆ ਜਾਂਦੀ ਹੈ, ਕਦੇ ਵਾਈਟ, ਕਦੇ ਬਲੈਕ ਜਿਹੇ ਆ ਜਾਂਦੇ। ਇਸ ਤਰ੍ਹਾਂ ਇਹ ਪਹਾੜ ਆਪਣੇ ਰਸਤੇ 'ਚ ਆਉਂਦੇ ਜਾਣਗੇ। ਗੋਬਿੰਦ ਘਾਟ ਤੱਕ ਇਸੇ ਤਰ੍ਹਾਂ ਹੀ ਰਸਤਾ ਹੋਏਗਾ। ਇਹ ਮੋੜ ਘੜੋੜ ਬਹੁਤ ਮਿਲਣਗੇ ਤੁਹਾਨੂੰ। ਨਦੀ ਦੇ ਆਲੇ ਦੁਆਲੇ ਬਸ ਘੁੰਮਦੇ ਜਾਣਾ, ਅਤੇ ਇੱਧਰ ਪਹਾੜ ਰਾਈਟ ਸਾਈਡ। ਅਤੇ ਬਹੁਤ ਹੀ ਹੁਣ ਆਪਾਂ ਉਚਾਈ 'ਤੇ ਆ ਚੁੱਕੇ ਹਾਂ। ਬਾਕੀ ਪ੍ਰਸ਼ਾਦਾ ਪਾਣੀ ਆਪਾਂ ਛਕ ਲਿਆ ਸੀਗਾ ਲੰਗਰ 'ਚੋਂ, ਅਤੇ ਛਕ ਕੇ ਚੱਲੇ ਹਾਂ ਅੱਜ। ਅਤੇ ਬਾਕੀ ਦੇਖਦੇ ਹਾਂ ਉੱਥੇ ਕੀ ਬਣਦਾ। ਅਤੇ ਅੱਜ ਗੋਬਿੰਦ ਘਾਟ ਤੋਂ ਆਪਾਂ ਅੱਗੇ ਗੋਬਿੰਦ ਧਾਮ ਲਈ ਯਾਤਰਾ ਸ਼ੁਰੂ ਕਰਾਂਗੇ ਪੈਦਲ। ਗੋਬਿੰਦ ਘਾਟ ਆਪਾਂ ਗੱਡੀ ਨੂੰ ਪਾਰਕਿੰਗ 'ਚ ਲਾ ਕੇ ਅਤੇ ਅੱਗੇ ਪੈਦਲ ਯਾਤਰਾ ਸ਼ੁਰੂ ਹੋਏਗੀ। ਵੈਸੇ ਗੋਬਿੰਦ ਘਾਟ ਤੋਂ ਹੈਲੀਕਾਪਟਰ ਦੀ ਵੀ ਅੱਜ ਕੱਲ੍ਹ ਸਰਵਿਸ ਹੈਗੀ ਹੈ, ਜੇ ਕਿਸੇ ਨੇ ਜਾਣਾ ਹੋਵੇ ਤਾਂ। 3000-3200 ਲਗਭਗ ਉਹਦੀ ਟਿਕਟ ਹੈ ਇੱਕ ਜਾਣੇ ਦੀ, ਜਾਣ ਦੀ ਹੈ। ਠੀਕ ਹੈ ਜੀ, 3 ਮਿੰਟ ਦੇ ਵਿੱਚ ਉਹ ਇੱਕ ਰਾਈਡ ਭਰ ਲੈਂਦਾ ਹੈਗਾ। ਅਤੇ ਉਹ ਗੋਬਿੰਦ ਧਾਮ ਤੱਕ ਆਪਾਂ ਨੂੰ ਪਹੁੰਚਾ ਦਿੰਦਾ। ਅਤੇ ਅੱਗੇ ਤੁਹਾਨੂੰ ਪਤਾ ਹੀ ਹੈ 6 ਕਿਲੋਮੀਟਰ ਦੀ ਚੜ੍ਹਾਈ ਰਹਿ ਜਾਂਦੀ ਹੈ।
ਜੋ ਕਿ ਬਿਲਕੁਲ ਸਿੱਧੀ ਚੜ੍ਹਾਈ ਹੈ ਗੋਬਿੰਦ ਧਾਮ ਤੋਂ ਹੇਮਕੁੰਡ ਦੀ 6 ਕਿਲੋਮੀਟਰ ਦੀ ਚੜ੍ਹਾਈ ਹੈ ਜੋ ਉਹ ਬਹੁਤ ਹੀ ਜ਼ਿਆਦਾ ਕਠਿਨਾਈ ਨਾਲ ਭਰੀ ਹੋਈ ਹੈ। ਅਸਲ ਉੱਥੇ ਹੀ ਪਤਾ ਲੱਗਦਾ ਲੱਤਾਂ ਕੰਮ ਕਰਦੀਆਂ ਜਾਂ ਨਹੀਂ। ਬਾਕੀ ਗੋਬਿੰਦ ਘਾਟ ਤੋਂ ਗੋਬਿੰਦ ਧਾਮ ਤੱਕ ਇਹ ਵੀ ਵੈਸੇ ਠੀਕ ਹੈ ਰਸਤਾ, ਇੰਨੀ ਚੜ੍ਹਾਈ ਨਹੀਂ, ਪਰ ਫਿਰ ਵੀ 9 ਕਿਲੋਮੀਟਰ ਦਾ ਰਸਤਾ ਹੈ। ਪਹਿਲਾਂ ਤਾਂ ਇਹ ਜ਼ਿਆਦਾ ਸੀਗਾ, ਮੈਨੂੰ ਲੱਗਦਾ 13-14 ਸੀਗਾ, ਪਰ ਹੁਣ 9 ਰਹਿ ਗਿਆ ਕਿਉਂਕਿ ਗੋਬਿੰਦ ਘਾਟ ਤੋਂ 4 ਕਿਲੋਮੀਟਰ ਅੱਗੇ ਇਹਨਾਂ ਦੀਆਂ ਟਾਟਾ ਸਮੋ ਵਗੈਰਾ ਗੱਡੀਆਂ ਜਾਂਦੀਆਂ ਕਿਰਾਏ 'ਤੇ। 4 ਕਿਲੋਮੀਟਰ ਅੱਗੇ ਉਹਨਾਂ ਨੇ ਸਫ਼ਰ ਕਰਨਾ, ਉੱਥੋਂ ਫਿਰ ਆਪਾਂ ਪੈਦਲ ਯਾਤਰਾ ਸ਼ੁਰੂ ਕਰਾਂਗੇ। ਪਹਿਲਾਂ ਵੈਸੇ ਗੋਬਿੰਦ ਘਾਟ ਦੇਖੋ ਕਿੰਨਾ ਖਤਰਨਾਕ ਮੋੜ, ਟਰੱਕ ਤੁਸੀਂ ਦੇਖ ਰਹੇ ਹੋ, ਇੰਨੀ ਉਚਾਈ 'ਤੇ ਆ ਚੁੱਕੇ ਹਾਂ ਆਪਾਂ। ਆਸੇ ਪਾਸੇ ਪਹਾੜ ਅਤੇ ਇੱਧਰ ਨਦੀ ਇੰਨੀ ਡੂੰਘੀ ਬਣ ਚੁੱਕੀ ਹੈ ਕਿ ਕਿਉਂਕਿ ਆਪਾਂ ਉਚਾਈ 'ਤੇ ਹਾਂ ਹੁਣ ਇਸ ਟਾਈਮ। ਜਮਾਂ ਟੀਸੀ 'ਤੇ ਜਾ ਪਹੁੰਚੇ ਅਤੇ ਟੀਸੀ 'ਤੇ ਅੱਗੇ ਪਹੁੰਚਣਾ ਬਹੁਤ ਹੀ ਉਚਾਈ 'ਚ। ਬਾਕੀ ਤੁਹਾਨੂੰ ਦੱਸ ਦਈਏ ਹੇਮਕੁੰਡ ਦੀ ਜਿਹੜੀ ਉਚਾਈ ਹੈ ਲਗਭਗ 4600 ਮੀਟਰ ਦੇ ਲਗਭਗ ਹੈ ਸਮੁੰਦਰੀ ਤਲ ਤੋਂ। ਦੇਖੋ ਕਿੰਨਾ ਪਹਾੜ, ਖਤਰਨਾਕ ਮੋੜ, ਜਮਾਂ ਬੱਸ ਨਾਲ ਖਹਿੰਦੀ ਹੋਈ ਪੱਥਰਾਂ 'ਤੇ। ਇੱਥੇ ਬਹੁਤੀ ਜਗ੍ਹਾ ਲਿਖਿਆ ਹੁੰਦਾ ਪੱਥਰ ਗਿਰਨੇ ਕਾ ਭੈ ਹੈ, ਧੀਰੇ ਚਲੇ, ਕੋਈ ਪਤਾ ਨਹੀਂ ਹੁੰਦਾ। ਬਾਕੀ ਬਾਰਿਸ਼ਾਂ ਦੇ ਮੌਸਮ 'ਚ ਕਈ ਵਾਰ ਹੋ ਜਾਂਦਾ ਪੱਥਰ ਖਿਸਕ ਜਾਂਦੇ। ਸਾਰੀਆਂ ਗੱਡੀਆਂ ਹੀ ਮਿਲਣਗੀਆਂ ਤੁਹਾਨੂੰ, ਛੋਟੀ ਤੋਂ ਛੋਟੀ, ਵੱਡੀ ਤੋਂ ਵੱਡੀ। ਦੇਖੋ ਇੱਕਦਮ ਚੜ੍ਹਾਈ ਆ ਚੁੱਕੀ ਹੈ ਅਤੇ ਆਪਣੀ ਗੱਡੀ ਵੀ ਨਾਲੋਂ ਨਾਲ ਚੱਲਦੀ ਹੋਈ। ਪਹਿਲਾਂ ਥੱਲੇ ਲੱਗਦਾ ਸੀ ਵੀ ਇੰਨਾ ਉੱਚੀ ਜਾ ਸਕਾਂਗੇ, ਪਰ ਨਹੀਂ, ਉੱਚੀ ਹੀ ਜਾਣਾ ਪੈਂਦਾ। ਇੰਝ ਲੱਗਦਾ ਵੀ ਨਹੀਂ ਉੱਥੇ ਗੱਡੀ ਕਿੱਥੇ ਜਾਏਗੀ, ਪਰ ਰਸਤਾ ਬਣਿਆ ਹੋਇਆ, ਸੜਕ ਵਧੀਆ, ਬੱਸਾਂ ਟਰੱਕ ਸਭ ਜਾਂਦੇ ਆ ਉੱਥੋਂ ਤੱਕ, ਗੋਬਿੰਦ ਘਾਟ ਤੱਕ। ਬਾਕੀ ਸੜਕ ਵੀ ਬਹੁਤ ਚੌੜੀ ਹੈ, 2 ਗੱਡੀਆਂ ਆਰਾਮ ਨਾਲ ਜਾ ਸਕਦੀਆਂ ਨੇ। ਉੱਤਰਾਖੰਡ ਦੇ ਪਹਾੜ ਨੇ ਜਿਹੜੇ ਜ਼ਿਆਦਾਤਰ ਪੱਥਰਾਂ ਦੇ ਮਿਲਣਗੇ ਤੁਹਾਨੂੰ, ਜ਼ਿਆਦਾ ਪੱਥਰ ਨੇ। ਜਿਵੇਂ ਆਪਾਂ ਹਿਮਾਚਲ 'ਚ ਜਾਂਦੇ ਹਾਂ ਉੱਥੇ ਤੁਹਾਨੂੰ ਹਰਿਆਵਲ ਵਾਲੇ ਪਹਾੜ ਮਿਲਣਗੇ, ਹਰਿਆਲੀ ਵਾਲੇ। ਇੱਧਰ ਹਰਿਆਲੀ ਵਾਲੇ ਤੁਹਾਨੂੰ ਪਹਾੜ ਘੱਟ ਮਿਲਣਗੇ ਉੱਤਰਾਖੰਡ 'ਚ। ਗੱਡੀਆਂ ਖੜ੍ਹੀਆਂ ਨੇ, ਟੂਰਿਸਟ ਗੱਡੀਆਂ, ਬਹੁਤ ਦੂਰੋਂ ਦੂਰੋਂ ਲੋਕ ਆਉਂਦੇ ਆ 4 ਧਾਮ ਦੀ ਯਾਤਰਾ ਲਈ। ਇਸ ਮਹੀਨੇ 4 ਧਾਮ ਯਾਤਰਾ ਸ਼ੁਰੂ ਹੁੰਦੀ ਹੈ। ਬਾਕੀ ਅਲੱਗ-ਅਲੱਗ ਪੈਕੇਜ ਵੀ ਮਿਲਦੇ ਆ 4 ਧਾਮ ਦੀ ਯਾਤਰਾ ਲਈ, ਤੁਸੀਂ ਦੇਖੇ ਵੀ ਹੋਣੇ ਆ ਨੈੱਟ ਵਗੈਰਾ 'ਤੇ। ਸਾਹਮਣੇ ਦੇਖੋ ਗੱਡੀ ਜਾ ਰਹੀ ਹੈ, ਫਿਰ ਇੱਕ ਮੋੜ ਆਇਆ, ਬਹੁਤ ਹੀ ਖਤਰਨਾਕ ਮੋੜ। ਇਹ ਹੈ ਜੀ ਕੋਈ ਪਿੰਡ, ਉੱਤਰਾਖੰਡ ਦਾ ਕੋਈ ਪਿੰਡ ਆ ਚੁੱਕਿਆ। ਆਪਾਂ 7:30 ਚੱਲੇ ਸੀਗੇ ਅੱਜ। 10 ਕੁ ਦਾ ਟਾਈਮ ਹੋ ਚੁੱਕਿਆ।
बाकी चैनल ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ, ਸ਼ੇਅਰ ਕਰੋ ਤੇ ਲਾਈਕ ਕਰੋ। ठीक है जी। ਆਪਣੇ ਅੱਗੇ ਟਾਟਾ ਸੋਮੋ ਜਾਂਦੀ ਹੋਈ ਗੱਡੀ, ਟਾਟਾ ਸੋਮੋ ਬਹੁਤ ਭਜਦੀਆਂ ਗੱਡੀਆਂ ਇੱਥੇ, ਜ਼ਿਆਦਾ ਤੁਹਾਨੂੰ ਇਹੀ ਮਿਲਣਗੀਆਂ ਟੂਰਿਸਟ ਜਿਹੜੇ ਗੋਬਿੰਦ ਰਿਸ਼ੀਕੇਸ਼ ਤੋਂ ਚੱਲਦੇ ਹੋ, ਜ਼ਿਆਦਾ ਟਾਟਾ ਸੋਮੋ ਕਰਾ ਕੇ ਜਾਂਦੇ ਆ ਗੱਡੀਆਂ ਗੋਬਿੰਦ ਘਾਟ ਤੱਕ। ਵੈਸੇ ਬੱਸਾਂ ਵੀ ਜਾਂਦੀਆਂ ਨੇ, ਬੱਸਾਂ ਦੀ ਥੋੜ੍ਹਾ ਜਿਹਾ ਰਿਸਕ ਜਿਹਾ ਹੋ ਜਾਂਦਾ ਅਤੇ ਬਾਕੀ ਬੰਦੇ ਨੂੰ ਥੋੜ੍ਹੀ ਘਬਰਾਹਟ ਵੀ ਹੁੰਦੀ ਹੈ ਕਿਉਂਕਿ ਬੰਦਾ ਉਚਾਈ 'ਚ ਬੈਠਾ ਹੁੰਦਾ ਬੱਸ 'ਤੇ, ਐਂ ਲੱਗਦਾ ਵੀ ਗਈ ਬੱਸ। ਬਾਕੀ ਉਹ ਸਾਹਮਣੇ ਜੋ ਜਾਂਦੀਆਂ ਇਹ ਜ਼ਿਆਦਾ ਚੱਲਦੀਆਂ ਗੱਡੀਆਂ ਇੱਥੇ ਟਾਟਾ ਸੋਮੋ ਵਗੈਰਾ। 10-12 ਆਦਮੀ ਬੈਠ ਜਾਂਦੇ ਇਸ 'ਚ, ਬਾਕੀ ਜ਼ਿਆਦਾ ਤਾਂ ਨਹੀਂ ਇਹ ਭਰਦੇ ਕਿਉਂਕਿ ਰਿਸਕ ਹੁੰਦਾ ਜ਼ਿਆਦਾ, ਪਹਾੜੀ ਏਰੀਏ ਦਾ ਕੰਮ ਹੈ। ਆਪਣੀ ਗੱਡੀ ਵੀ ਨਾਲ ਨਾਲ ਚੱਲਦੀ ਹੋਈ ਟਾਟਾ ਸੋਮੋ ਦੇ, ਆਸੇ ਪਾਸੇ ਪਹਾੜ, ਪੁਲ ਆ ਚੁੱਕਿਆ ਸਾਹਮਣੇ। ਪੁਲ ਦੇ ਉੱਤੇ ਲੰਘਾਂਗੇ ਆਪਾਂ ਵੀ, ਨਦੀ 'ਤੇ ਬਣਿਆ ਹੋਇਆ ਪੁਲ ਇਹ। ਬਾਕੀ ਇੱਥੇ ਹੁਣ ਮੋਦੀ ਸਰਕਾਰ ਇੱਕ ਸੁਰੰਗ ਰਾਹੀਂ ਰੇਲ ਚਲਾਉਣ ਦੀ ਵੀ ਉਹਨਾਂ ਦੀ ਇੱਥੇ ਸਲਾਹ ਚੱਲ ਰਹੀ ਹੈ। ਇੱਥੇ ਜਿਹੜੇ ਵੱਡੇ ਵੱਡੇ ਪਹਾੜ ਨੇ ਉਹਨਾਂ 'ਤੇ ਸੁਰੰਗਾਂ ਪੁੱਟੀਆਂ ਜਾ ਰਹੀਆਂ ਨੇ ਅਤੇ ਇਹ ਟ੍ਰੇਨ ਰਿਸ਼ੀਕੇਸ਼ ਤੋਂ ਚੱਲੇਗੀ ਸ਼ਾਇਦ। ਦੇਖੋ ਕਿੱਥੋਂ ਤੱਕ ਇਹ ਲਾਈਨ ਖੜ੍ਹਦੇ ਆ ਪਹਾੜਾਂ ਦੇ ਵਿੱਚ ਦੀ। ਠੀਕ ਹੈ ਜੀ, ਆ ਸਾਹਮਣੇ ਬੋਰਡ ਲੱਗਿਆ ਹੋਇਆ ਗੋਬਿੰਦ ਘਾਟ, ਬਸ ਆਪਾਂ ਪਹੁੰਚਣ ਵਾਲੇ ਹਾਂ। ਆਹ ਦੇਖੋ ਪਹਾੜਾਂ ਦੀ ਵੈਰਾਇਟੀ, ਅਲੱਗ ਅਲੱਗ ਪਹਾੜ, ਕਮਾਲ ਹੈ ਇਹਨਾਂ ਪਹਾੜਾਂ ਦੀ। ਪਤਾ ਨਹੀਂ ਕਿਵੇਂ ਖੜ੍ਹੇ ਆ ਇਹ, ਕਰਾਮਾਤ ਹੀ ਆ ਕੋਈ ਰੱਬ ਦੀ। ਸਾਹਮਣੇ ਬੱਸ ਜਾਂਦੀ ਹੋਈ ਅਤੇ ਆਪਾਂ ਗੋਬਿੰਦ ਘਾਟ ਦੇ ਬਿਲਕੁਲ ਨਜ਼ਦੀਕ ਪਹੁੰਚਣ ਵਾਲੇ ਹਾਂ ਬਸ। ਜਿਵੇਂ ਉਹ ਕਹਿੰਦੇ ਹੁੰਦੇ ਪਿੰਡ ਦੀ ਜੂਹ 'ਚ ਪਹੁੰਚ ਚੁੱਕੇ ਹਾਂ, ਬਸ ਆਪਾਂ ਵੀ ਜੂਹ 'ਚ ਹੀ ਪਹੁੰਚ ਚੁੱਕੇ ਹਾਂ ਹੁਣ ਗੋਬਿੰਦ ਘਾਟ ਦੀ। ਅਤੇ ਇੱਥੋਂ ਅੱਗੇ ਫਿਰ ਆਪਾਂ ਗੱਡੀ ਕਰਾਵਾਂਗੇ। 4 ਕਿਲੋਮੀਟਰ ਦਾ ਅੱਗੇ ਸਫ਼ਰ ਹੈ, ਫਿਰ ਉੱਥੋਂ ਪੈਦਲ ਯਾਤਰਾ ਸ਼ੁਰੂ ਹੋਊਗੀ। ਪਹਿਲਾਂ ਉਹ 4 ਕਿਲੋਮੀਟਰ ਵੈਸੇ ਪੈਦਲ ਚੱਲਣਾ ਪੈਂਦਾ ਸੀ, ਪਰ ਹੁਣ ਉੱਥੇ ਗੱਡੀਆਂ ਸੜਕ ਬਣਾ ਦਿੱਤੀ ਗਈ ਹੈ 4 ਕਿਲੋਮੀਟਰ ਅੱਗੇ ਹੋਰ ਗੋਬਿੰਦ ਘਾਟ ਤੋਂ, ਅਤੇ ਉਹ ਟਾਟਾ ਸੂਮੋ ਵਗੈਰਾ ਗੱਡੀਆਂ ਚੱਲਦੀਆਂ ਉੱਥੇ। ਥੋੜ੍ਹਾ ਜਿਹਾ ਪੈਦਲ ਸਫ਼ਰ ਸੀ ਉਹ ਘੱਟ ਗਿਆ, ਥੋੜ੍ਹਾ ਜਿਹਾ 4 ਕਿਲੋਮੀਟਰ ਦਾ ਫਰਕ ਪੈ ਗਿਆ। ਅਤੇ ਬਾਕੀ ਤੁਹਾਨੂੰ ਪੈਦਲ ਯਾਤਰਾ ਵੀ ਦਿਖਾਵਾਂਗੇ ਕਿੰਨੀ ਕਠਿਨਾਈ ਭਰੀ ਹੈ। ਆ ਗਈ ਜੀ ਨਦੀ ਦਾ ਪੁਲ, ਅਤੇ ਆਪਾਂ ਮੈਨੂੰ ਲੱਗਦਾ ਗੋਬਿੰਦ ਘਾਟ ਪਹੁੰਚ ਚੁੱਕੇ ਹਾਂ। ਉੱਚੇ ਉੱਚੇ ਪਹਾੜ, ਦੇਖੋ ਕਿੰਨਾ ਪਹਾੜ ਨੀਵਾਂ ਹੈਗਾ। ਸੜਕ ਜਮਾਂ ਉਹਦੇ ਵਿੱਚ ਦੀ ਜਾਂਦੀ ਹੈ ਅਤੇ ਪਹਾੜ ਉੱਤੋਂ ਦੀ ਸੜਕ 'ਤੇ ਆ ਜਮਾਂ, ਖਤਰਨਾਕ ਪਹਾੜ।
ਪ੍ਰੋਜੈਕਟ ਲੱਗਿਆ ਪਿਆ। ਪੱਥਰ हाँ हाँ देख रहे हैं जी, बिल्कुल ही। पहुंच चुके हैं आप इतों हम आप पैदल यात्रा शुरू करांगे। गोबिंद घाट जो गोबिंद घाट आ चुके हैं आप लगे हुए घाट आप पहुँच चुके हैं। इतने गड्डी पार्किंग लावांगे आप। गोबिंद घाट पुलों तक आप सफ़र करांगे 4 किलोमीटर का। अगे पुलों तो पैदल यात्रा शुरू होगी। कोई पिंड का नाम है शायद ये पुलना। उत्तों तक गड्डियां जाणगियां गोबिंद घाट तो। ये खड़ियां जी टूरिस्ट गड्डियां श्रद्धालुओं दियां, क्योंकि इस तो अगे गड्डियां नहीं जा सकदियां। बस गोबिंद घाट तक ही गड्डियां चलदियां, बसां वगैरह। झंडे तुसीं देख रहे हो, केसरी झंडे लहराते हुए। लो जी आप बिल्कुल नज़दीक पहुँच चुके हैं गोबिंद घाट दे। ते गड्डी नूं हुण आपां लावांगे पार्किंग च। सामने देख रहे हो तुसीं पार्किंग। ये गड्डी दी पार्किंग दा 500 रुपया लैंदे आ जी। ते तुसीं दूसरे दिन इत्थों आके गड्डी नूं अपनी नूं लिजा सकदे हो उत्थों यात्रा करके हेमकुंड दी पैदल। ठीक है जी। जदों पहलां इत्थे नदी च जदों हड़ आए सीगे, तुहानूं पता ही होना पिछली बार, तां ये जिहड़ी पार्किंग सी बिल्कुल रुड़ गई सीगी। गड्डियां गुड्डियां सब पानी च गईयां सी, क्योंकि इहदे नाल ही नदी बनी हुई है पार्किंग दे। लो जी ये है जी वो गड्डी टाटा समो। ते आपां पुलना गांव तक चलांगे हुण 4 किलोमीटर। ते पुलना गांव इत्थों 4 किलोमीटर, उत्थों पैदल यात्रा शुरू करांगे। ये इत्थों गड्डी के 50 रुपये लैंदे एक सवारी दे, ये गड्डी वाले। पुलना गांव तक 4 किलोमीटर दे। ते आपां बैठ चुके हैं ते हुण आपां चलांगे पुलना गांव। ते गड्डी अपनी चल पई है। ते आ पुल सामने देख रहे हो तुसीं, नदी ते बनया होया। ये पहलां रुड़ गया सीगा, बहुत ही पानी सी इस नदी च, ते गड्डियां गुड्डियां पूरियां रुड़ गईयां सीगियां। हले भी गड्डियां दे जिहड़े पुरानियां गड्डियां दा लोहा हले भी नदी च मिलदा, कई वारी खराब होया लोहा किसी गड्डी का बहुती थाई पिया है नदी दे विच। ठीक है जी। ते आपां हुण अगे चल पे हैं गोबिंद घाट तो केसरी झंडे लहराउंदे हुए। गोबिंद घाट गुरुद्वारे भी तुहानूं आके दर्शन करावांगे। ते आपां इत्थे 10:30 बजे पहुँच गए सी गोबिंद घाट। सुबह 7:30 चल के उस जगह तो पिंड गडोरी तो, मतलब पिपल कोटी के कोल ही है वो गडोरा पिंड। सॉरी गडोरा पिंड तो आपां चले सीगे। गडोरा पिंड सी जिथे लंगर लग्या हुआ सी, वो पिपल कोटी के बिल्कुल नेड़े सी। इस तरह ला लो कि आप पिपल कोटी तो ही चले 7:30 बजे, तो 10:30 बजे आप गोबिंद घाट आ गए। 50 किलोमीटर का सफ़र तय करके लगभग। तो आप हुण उस पॉइंट पर जा रहे हैं जितों पैदल यात्रा अपनी स्टार्ट होएगी। तो
ਤੇ ਇੱਥੋਂ ਆਪਾਂ ਸੋਟੀਆਂ ਖਰੀਦਣੀਆਂ। ਸੋਟੀ ਲਗਭਗ 50 ਕੁ ਰੁਪਏ ਦੀ ਦੇ ਦਿੰਦੇ ਆ ਇਹ ਇੱਕ ਸੋਟੀ। ਗੋਬਿੰਦ ਘਾਟ ਤੋਂ ਤੁਹਾਨੂੰ ਸੋਟੀਆਂ ਮਿਲ ਜਾਣਗੀਆਂ, ਕਿਉਂਕਿ ਸੋਟੀਆਂ ਦਾ ਸਹਾਰਾ ਬਹੁਤ ਹੁੰਦਾ ਚੜ੍ਹਨ ਲਈ। ਵੈਸੇ ਚੜ੍ਹਨਾ ਬਹੁਤ ਮੁਸ਼ਕਿਲ ਹੋ ਜਾਂਦਾ, ਬੰਦਾ ਥੱਕ ਜਾਂਦਾ, ਉਸ ਸਹਾਰੇ ਬੰਦਾ ਚੜ੍ਹ ਸਕਦਾ ਸੋਟੀਆਂ ਦੇ ਸਹਾਰੇ। ਅਤੇ ਦਿਖਾਵਾਂਗੇ ਤੁਹਾਨੂੰ ਕਿਵੇਂ ਯਾਤਰਾ ਸ਼ੁਰੂ ਹੁੰਦੀ ਹੈ ਪੈਦਲ, ਉਹ ਤੁਹਾਨੂੰ ਅਗਲੇ ਬਲੌਗ 'ਚ ਦੱਸਾਂਗੇ। ਅਤੇ ਗੱਡੀ ਦਾ ਸਫ਼ਰ ਬਸ ਇੱਥੋਂ ਤੱਕ ਹੀ ਸੀਗਾ, ਪੁਲਨਾ ਗਾਉਂ ਤੱਕ। ਅਤੇ ਅਗਲਾ ਬਲੌਗ ਆਏਗਾ ਨੰਬਰ 6 ਅਤੇ ਉੱਥੋਂ ਆਪਾਂ ਪੈਦਲ ਯਾਤਰਾ ਸ਼ੁਰੂ ਕਰਾਂਗੇ। ਸਾਹਮਣੇ ਰੇਵਰ ਨਦੀ ਨਾਲ ਜੋ ਤੋਂ ਆਪਣੇ ਨਾਲ ਆ ਰਹੀ ਹੈ, ਦੇਖ ਰਹੇ ਹੋ ਤੁਸੀਂ। ਲਓ ਜੀ, ਆਪਾਂ ਬਸ ਪਹੁੰਚਣ ਵਾਲੇ ਹਾਂ ਉਸ ਪੁਆਇੰਟ 'ਤੇ ਜਿੱਥੋਂ ਪੈਦਲ ਯਾਤਰਾ ਸ਼ੁਰੂ ਹੋਏਗੀ। ਆਪਾਂ ਗੋਬਿੰਦ ਘਾਟ ਤੋਂ ਚੱਲੇ ਹਾਂ 4 ਕਿਲੋਮੀਟਰ ਅੱਗੇ ਟਾਟਾ ਸੋਮੋ ਗੱਡੀ 'ਤੇ। 50 ਰੁਪਏ ਕਿਰਾਇਆ ਇੱਕ ਸਵਾਰੀ ਦਾ ਪੁਲਨਾ ਤੱਕ। ਇੱਥੇ ਵੀ ਮੋੜ ਤੋੜ ਪੂਰੇ ਹੈ ਅਤੇ ਆਪਾਂ ਬਹੁਤ ਹੀ ਉਚਾਈ 'ਤੇ ਆ ਚੁੱਕੇ ਹਾਂ। ਆਸੇ ਪਾਸੇ ਹਰਿਆਵਲ ਵਾਲੇ ਪਹਾੜ ਤੁਹਾਨੂੰ ਦਿਸ ਰਹੇ ਹੋਣੇ ਆ ਅਤੇ ਸਵਾਰੀਆਂ ਗੁਣਗਾਨ ਕਰਦੀਆਂ ਹੋਈਆਂ, ਬਾਣੀ ਪੜ੍ਹਦੀਆਂ ਹੋਈਆਂ ਤੁਸੀਂ ਸੁਣ ਰਹੇ ਹੋਵੋਗੇ। ਲਓ ਜੀ, ਆਪਾਂ ਹੁਣ ਪੁਲਨਾ ਪਿੰਡ ਕੋਲ ਆ ਚੁੱਕੇ ਹਾਂ ਜਿੱਥੋਂ ਪੈਦਲ ਯਾਤਰਾ ਸ਼ੁਰੂ ਹੋਏਗੀ। ਇਹ ਹੈ ਜੀ ਪੁਲਨਾ, ਅਤੇ ਇੱਥੋਂ ਆਪਾਂ ਹੁਣ ਪੈਦਲ ਯਾਤਰਾ ਸ਼ੁਰੂ ਕਰਾਂਗੇ। ਅਗਲੇ ਬਲੌਗ ਤੁਹਾਨੂੰ ਦੱਸਾਂਗੇ। ਠੀਕ ਹੈ ਜੀ, ਮਿਲਦੇ ਹਾਂ, ਰੱਬ ਰਾਖਾ।